Sat Shri Akal Ji. Most welcome in Creative Guru Ji. Please subscribe the channel and hit the bell icon for latest video notifications. Science Class 9 Chapter 1 Matter in Earth Surrounding. ਆਪਣੇ ਚਾਰੇ ਪਾਸੇ ਨਜ਼ਰ ਦੜਾਉਣ ਤੇ ਸਾਨੂੰ ਕਈ ਕਿਸਮ ਦੀਆਂ ਵਸਤੂਆਂ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦਾ ਆਕਾਰ, ਸ਼ਕਲ ਅਤੇ ਬਣਾਵਟ ਵੱਖ-ਵੱਖ ਹੁੰਦੀ ਹੈ। ਇਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ everything in this universe is made up of material which scientists have named matter. ਇਸ ਸੰਸਾਰ ਵਿੱਚ ਹਰ ਵਸਤੂ ਜਿਸ ਸਮੱਗਰੀ ਤੋਂ ਬਣੀ ਹੈ ਉਸ ਨੂੰ ਵਿਗਿਆਨਿਕਾਂ ਨੇ ਪਦਾਰਥ ਦਾ ਨਾਮ ਦਿੱਤਾ ਹੈ। ਠੀਕ ਹੈ, ਹੁਣ ਗੱਲ ਕਰਦੇ ਹਾਂ ਕਿ what is matter? ਪਦਾਰਥ ਕੀ ਹੈ? Matter, anything that occupies space, has mass and offer resistance is called matter. ਇਸ ਦਾ ਮਤਲਬ ਪਦਾਰਥ ਕੋਈ ਵੀ ਚੀਜ਼ ਜੋ ਥਾਂ ਘੇਰਦੀ ਹੈ, ਉਸ ਕੋਲ ਪੁੰਜ ਹੈ ਅਤੇ ਪ੍ਰਤੀਰੋਧ ਦੀ ਪੇਸ਼ਕਸ਼ ਹੁੰਦੀ ਹੈ, ਇਸ ਨੂੰ ਪਦਾਰਥ ਕਿਹਾ ਜਾਂਦਾ ਹੈ। ਜਿਸ ਹਵਾ ਵਿੱਚ ਅਸੀਂ ਸਾਹ ਲੈਂਦੇ ਹਾਂ, ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਪੱਥਰ, ਬੱਦਲ, ਤਾਰੇ, ਪੌਦੇ ਅਤੇ ਪਸ਼ੂ, ਇੱਥੋਂ ਤੱਕ ਕਿ ਪਾਣੀ ਦੀ ਇੱਕ ਬੂੰਦ ਜਾਂ ਰੇਤ ਦਾ ਇੱਕ ਕਣ, ਇਹ ਸਾਰੇ ਪਦਾਰਥ ਹਨ। ਧਿਆਨ ਦੇਣ ਜੋ ਗੱਲ ਇਹ ਵੀ ਹੈ ਕਿ ਉੱਪਰ ਲਿਖੀਆਂ ਸਾਰੀਆਂ ਵਸਤੂਆਂ ਦਾ ਪੁੰਜ ਹੁੰਦਾ ਹੈ ਅਤੇ ਕੁਝ ਥਾਂ ਘੇਰਦੀਆਂ ਹਨ। ਅੱਗੇ ਜਾਣ ਤੋਂ ਪਹਿਲਾਂ ਆਓ ਇੱਕ ਮਹੱਤਵਪੂਰਨ ਪਰਿਭਾਸ਼ਾ ਵੇਖੀਏ ਅਤੇ ਉਸ ਦੀ ਇੱਕ ਐਗਜ਼ਾਮਪਲ ਦੇਖੀਏ। Substance. A substance is a kind of matter that cannot be separated into other kind of matter by any physical process. Example, salt dissolved in water can be separated from water by evaporating the water. Here, salt is a substance which cannot be broken into component by any physical process. मतलब इस उदाहरण ਵਿੱਚ ਘੁਲੇ ਹੋਏ ਲੂਣ ਨੂੰ ਪਾਣੀ ਵਿੱਚੋਂ ਭਾਫ਼ ਦੁਆਰਾ ਵੱਖ ਕੀਤਾ ਜਾ ਸਕਦਾ ਹੈ। ਇੱਥੇ ਲੂਣ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਕਿਸੇ ਵੀ ਭੌਤਿਕ ਪ੍ਰਕਿਰਿਆ ਦੁਆਰਾ ਭਾਗਾਂ ਵਿੱਚ ਨਹੀਂ ਤੋੜਿਆ ਜਾ ਸਕਦਾ। ਠੀਕ ਹੈ, ਮਤਲਬ ਤੁਸੀਂ ਪਾਣੀ ਤੋਂ ਲੂਣ ਨੂੰ ਵੱਖ ਕਰ ਸਕਦੇ ਹੋ ਪਰ ਲੂਣ ਦਾ ਲੂਣ ਹੀ ਰਹੂਗਾ, ਜਿਵੇਂ ਕਿ ਅਸੀਂ ਇਸ ਚਿੱਤਰ ਵਿੱਚ ਵੇਖ ਸਕਦੇ ਹਾਂ। Let's look at some of the history. Indian philosophers classified matter in the form of 5 basic elements, the 5 tattva: air, earth, fire, sky and water. According to them, everything living or non-living was made up of these 5 basic elements. Ancient Greek philosopher also similar thoughts. ਇਸ ਦਾ ਮਤਲਬ ਕੀ ਹੈ ਕਿ ਭਾਰਤ ਦੇ ਪੁਰਾਤਨ ਦਾਰਸ਼ਨਿਕਾਂ ਨੇ ਪਦਾਰਥ ਨੂੰ 5 ਮੂਲ ਤੱਤਾਂ ਵਿੱਚ ਸ਼੍ਰੇਣੀਬੱਧ ਕੀਤਾ, ਵਰਗੀਕ੍ਰਿਤ ਕੀਤਾ, ਜਿਸ ਨੂੰ 5 ਤੱਤ ਕਿਹਾ ਗਿਆ। ਇਹ 5 ਤੱਤ ਹਨ ਹਵਾ, ਧਰਤੀ, ਅਗਨੀ, ਜਲ ਅਤੇ ਆਕਾਸ਼। ਉਹਨਾਂ ਅਨੁਸਾਰ ਇਹਨਾਂ 5 ਤੱਤਾਂ ਨਾਲ ਸਾਰੀਆਂ ਵਸਤੂਆਂ ਬਣੀਆਂ, ਚਾਹੇ ਉਹ ਜੀਵ ਹੋਣ ਜਾਂ ਨਿਰਜੀਵ। ਉਸ ਸਮੇਂ ਦੇ ਯੂਨਾਨੀ ਵਿਗਿਆਨਕਾਂ ਨੇ ਵੀ ਪਦਾਰਥ ਦਾ ਇਸੇ ਤਰ੍ਹਾਂ ਵਰਗੀਕਰਨ ਕੀਤਾ ਸੀ। Now, in modern days, scientists have evolved 2 types of classifications of matter based on their physical properties and chemical nature. Physical properties like physical state, color, electrical conductivity, etc. Chemical properties like formation of oxide, hydrides, etc. ਅੱਜ ਦੇ ਵਿਗਿਆਨਕਾਂ ਨੇ ਪਦਾਰਥ ਨੂੰ ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਆਧਾਰ ਤੇ 2 ਤਰ੍ਹਾਂ ਨਾਲ ਸ਼੍ਰੇਣੀਬੱਧ ਕੀਤਾ ਹੈ। ਠੀਕ ਹੈ, 2 ਤਰੀਕੇ ਦੇ ਨਾਲ ਸ਼੍ਰੇਣੀਬੱਧ ਕੀਤਾ ਹੋਇਆ ਹੈ, ਭੌਤਿਕ ਗੁਣਾਂ ਦੇ ਆਧਾਰ ਤੇ ਅਤੇ ਰਸਾਇਣਿਕ ਗੁਣਾਂ ਦੇ ਆਧਾਰ ਤੇ। ਹੁਣ ਗੱਲ ਕਰਦੇ ਹਾਂ ਫਿਜ਼ੀਕਲ ਨੇਚਰ ਆਫ ਮੈਟਰ। ਮੈਟਰ ਇਜ਼ ਮੇਡ ਅਪ ਆਫ ਪਾਰਟੀਕਲ, ਮਤਲਬ ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਮੈਟਰ ਇਜ਼ ਮੇਡ ਅਪ ਆਫ ਪਾਰਟੀਕਲਸ, ਪਦਾਰਥ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। Everything around us is made up of many small particles. ਮਤਲਬ ਸਾਡੇ ਆਸ-ਪਾਸ ਦੀ ਹਰ ਚੀਜ਼ ਬਹੁਤ ਸਾਰੇ ਛੋਟੇ-ਛੋਟੇ ਕਣਾਂ ਨਾਲ ਬਣੀ ਹੁੰਦੀ ਹੈ, ਜਿਵੇਂ ਕਿ ਅਸੀਂ ਇਹਨਾਂ ਐਨੀਮੇਸ਼ਨਸ ਵਿੱਚ ਦੇਖ ਸਕਦੇ ਹਾਂ। ਪਹਿਲੀ ਐਨੀਮੇਸ਼ਨ ਵਿੱਚ ਠੋਸ ਵਿੱਚ ਬਹੁਤ ਛੋਟੇ-ਛੋਟੇ ਕਣ ਦਿਖ ਰਹੇ ਹਨ। ਇਸ ਦਾ ਅਰਥ ਹੈ ਕਿ ਠੋਸ ਜਿਹੜਾ ਕਿ ਪਦਾਰਥ ਦੀ ਇੱਕ ਅਵਸਥਾ ਹੈ, ਬਹੁਤ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਠੋਸ, ਤਰਲ, ਗੈਸ, ਇਹ ਤਿੰਨੇ ਪਦਾਰਥ ਦੀਆਂ ਅਵਸਥਾਵਾਂ ਹਨ। ਠੀਕ ਹੈ, ਇਸ ਦੇ ਵਿੱਚ ਜਿਹੜਾ ਠੋਸ ਹੈ ਉਹ ਵੀ ਕੀ ਆ, ਬਹੁਤ ਛੋਟੇ-ਛੋਟੇ ਕਣਾਂ ਤੋਂ ਮਿਲ ਕੇ ਹੀ ਬਣਦਾ ਹੈ। ਦੂਜੀ ਐਨੀਮੇਸ਼ਨ ਵਿੱਚ ਕੁਆਂਟਮ ਫਲਕਚੁਏਸ਼ਨ ਦੇ ਰੂਪ ਦੇ ਵਿੱਚ ਠੋਸ ਦੀ 3D ਐਨੀਮੇਸ਼ਨ ਦਰਸਾਈ ਗਈ ਹੈ, ਜਿਹੜੀ ਕਣਾਂ ਨੂੰ ਵੀ ਦਰਸਾਉਂਦੀ ਹੈ ਅਤੇ ਪਦਾਰਥ ਨੂੰ ਵੀ ਦਰਸਾਉਂਦੀ ਹੈ। ਹੁਣ ਇੱਕ ਪ੍ਰਸ਼ਨ ਉੱਠਦਾ ਹੈ ਕਿ ਇਹ ਪਦਾਰਥ ਕਿੰਨੇ ਛੋਟੇ ਕਣ ਹੋ ਸਕਦੇ ਹਨ। ਹਾਊ ਸਮੌਲ ਆਰ ਥੀਸ ਪਾਰਟੀਕਲਸ ਆਫ ਮੈਟਰ। ਠੀਕ ਹੈ, ਇਹ ਪਦਾਰਥ ਕਿੰਨੇ ਛੋਟੇ ਕਣ ਹੋ ਸਕਦੇ ਹਨ। ਹਾਊ ਸਮੌਲ ਆਰ ਥੀਸ ਪਾਰਟੀਕਲਸ ਆਫ ਮੈਟਰ। ਹੁਣ ਇਸ ਦੇ ਲਈ ਅਸੀਂ ਇੱਕ ਐਗਜ਼ਾਮਪਲ ਪਹਿਲਾਂ ਕਰਦੇ ਹਾਂ ਜਾਂ ਇੱਕ ਐਕਟੀਵਿਟੀ ਨੂੰ ਸਮਝਦੇ ਹਾਂ।
पोटाशियम परमैंगनेट ਦੇ 2 ਜਾਂ 3 ਕ੍ਰਿਸਟਲਾਂ ਨੂੰ 100 ਮਿਲੀਲੀਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਵਿੱਚ ਲਗਭਗ 10 ਮਿਲੀਲੀਟਰ ਘੋਲ ਕੱਢ ਕੇ ਉਸ ਨੂੰ 90 ਮਿਲੀਲੀਟਰ ਪਾਣੀ ਵਿੱਚ ਮਿਲਾ ਦਿਓ। ਫਿਰ ਇਸ ਉਪਰੋਕਤ ਘੋਲ ਵਿੱਚੋਂ 10 ਮਿਲੀਲੀਟਰ ਕੱਢ ਕੇ ਉਸ ਨੂੰ ਵੀ 90 ਮਿਲੀਲੀਟਰ ਪਾਣੀ ਵਿੱਚ ਮਿਲਾ ਦਿਓ। ਇਸ ਤਰ੍ਹਾਂ ਇਸ ਘੋਲ ਨੂੰ 5 ਤੋਂ 8 ਵਾਰ ਪਤਲਾ ਕਰਦੇ ਰਹੋ। ਇਹ ਪ੍ਰਯੋਗ ਦਰਸਾਉਂਦਾ ਹੈ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਬਹੁਤ ਥੋੜੇ ਕ੍ਰਿਸਟਲਾਂ ਨਾਲ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵੀ ਰੰਗੀਨ ਹੋ ਜਾਂਦੀ ਹੈ। ਇਸ ਤੋਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਸਿਰਫ ਇੱਕ ਕ੍ਰਿਸਟਲ ਵਿੱਚ ਕਈ ਸੂਖਮ ਕਣ ਹੋਣਗੇ। ਇਹ ਕਣ ਛੋਟੇ-ਛੋਟੇ ਕਣਾਂ ਵਿੱਚ ਵਿਭਾਜਿਤ ਹੁੰਦੇ ਰਹਿੰਦੇ ਹਨ। ਅਖੀਰ ਇੱਕ ਸਥਿਤੀ ਵਿੱਚ ਇਹ ਕਣ ਹੋਰ ਛੋਟੇ ਭਾਗਾਂ ਵਿੱਚ ਨਹੀਂ ਵੰਡੇ ਜਾ ਸਕਦੇ। We can also say that the particles of matter are very small. They are small beyond our imagination. मतलब ਕੀ ਹੈ, ਪਦਾਰਥ ਕਣ ਬਹੁਤ ਛੋਟੇ ਹੁੰਦੇ ਆ, ਇੰਨੇ ਛੋਟੇ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। Particles which make up matter are atoms and molecules. मतलब ਕਿ ਉਹ ਕਣ ਜੋ ਪਦਾਰਥ ਬਣਾਉਂਦੇ ਹਨ ਉਹ ਪਰਮਾਣੂ ਅਤੇ ਅਣੂ ਹਨ। ਇਹ ਐਨੀਮੇਸ਼ਨ ਪਰਮਾਣੂ ਅਤੇ ਅਣੂ ਦੇ ਚਿੱਤਰ ਦ੍ਰਿਸ਼ ਨੂੰ ਦਰਸਾਉਂਦੀਆਂ ਹਨ। ਪਦਾਰਥ ਦਾ ਫਿਜ਼ੀਕਲ ਨੇਚਰ ਆਫ ਮੈਟਰ ਨੂੰ ਪੂਰਾ ਕਰਨ ਤੋਂ ਬਾਅਦ ਹੁਣ ਅਸੀਂ ਕਰੈਕਟਰਿਸਟਿਕਸ ਆਫ ਪਾਰਟੀਕਲ ਆਫ ਮੈਟਰ ਕਰਦੇ ਹਾਂ। ਕਰੈਕਟਰਿਸਟਿਕਸ ਆਫ ਪਾਰਟੀਕਲਸ ਆਫ ਮੈਟਰ ਦਾ ਮਤਲਬ ਪਦਾਰਥ ਦੇ ਕਣਾਂ ਦੇ ਮੁੱਖ ਗੁਣਾਂ ਨੂੰ ਕਰਾਂਗੇ। ਪਹਿਲਾ ਗੁਣ, ਫਰਸਟ ਕਰੈਕਟਰਿਸਟਿਕ, ਪਾਰਟੀਕਲਸ ਆਫ ਮੈਟਰ ਹੈਵ ਸਪੇਸ ਬਿਟਵੀਨ them। ਅਰਥ ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ। ਪਾਰਟੀਕਲਸ ਆਫ ਮੈਟਰ ਹੈਵ ਸਪੇਸ ਬਿਟਵੀਨ them। ਪਦਾਰਥ ਦੇ ਕਣਾਂ ਵਿੱਚ ਖਾਲੀ ਥਾਂ ਹੁੰਦੀ ਹੈ। ਪਿਛਲੀ ਕਿਰਿਆ ਵਿੱਚ ਅਸੀਂ ਦੇਖਿਆ ਕਿ ਪੋਟਾਸ਼ੀਅਮ ਪਰਮੈਂਗਨੇਟ ਦੇ ਕਣਾਂ ਨੂੰ ਪਾਣੀ ਵਿੱਚ ਬਰਾਬਰ ਵੰਡਿਆ ਗਿਆ ਸੀ। ਇਸੇ ਤਰ੍ਹਾਂ ਜਦੋਂ ਅਸੀਂ ਚਾਹ, ਕੌਫੀ ਜਾਂ ਨਿੰਬੂ ਪਾਣੀ ਬਣਾਉਂਦੇ ਹਾਂ, ਇੱਕ ਕਿਸਮ ਦੇ ਪਦਾਰਥ ਦੇ ਕਣ ਦੂਸਰੇ ਕਣਾਂ ਦੇ ਵਿਚਕਾਰ ਖਾਲੀ ਥਾਵਾਂ ਵਿੱਚ ਆ ਜਾਂਦੇ ਹਨ। ਇਹ ਦਰਸਾਉਂਦਾ ਹੈ ਕਿ ਪਦਾਰਥ ਦੇ ਕਣਾਂ ਵਿੱਚ ਕਾਫੀ ਥਾਂ ਹੁੰਦੀ ਹੈ। ਇਸ ਐਨੀਮੇਸ਼ਨ ਵਿੱਚ ਕਣਾਂ ਦੇ ਵਿਚਕਾਰ ਥਾਂ ਹੈ, ਪਰ ਪਦਾਰਥ ਦੀ ਬਾਹਰੀ ਪਰਤ ਬਿਲਕੁਲ ਸਾਫ਼ ਦਿਖਾਈ ਦਿੰਦੀ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਈ ਦੇ ਰਿਹਾ ਹੈ। ਅਗਲਾ ਗੁਣ, ਨੈਕਸਟ ਕਰੈਕਟਰਿਸਟਿਕ, ਪਾਰਟੀਕਲਸ ਆਫ ਮੈਟਰ ਆਰ ਕੰਟੀਨਿਊਸਲੀ ਮੂਵਿੰਗ। ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ। ਪਾਰਟੀਕਲਸ ਆਫ ਮੈਟਰ ਆਰ ਕੰਟੀਨਿਊਸਲੀ ਮੂਵਿੰਗ। ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ। ਐਨੀਮੇਸ਼ਨ ਵਿੱਚ ਦੇਖੋ ਕਿਸ ਤਰ੍ਹਾਂ ਕਣ ਨਿਰੰਤਰ ਚੱਲਦੇ ਰਹਿੰਦੇ ਹਨ। ਜੇ ਤੁਸੀਂ ਅਗਰਬੱਤੀ ਜਾਂ ਧੂਫ ਦੀ ਗੱਲ ਕਰਦੇ ਹੋ ਤਾਂ ਅਸੀਂ ਉਸ ਨੂੰ ਜਲਾਉਣ ਤੋਂ ਬਾਅਦ ਕਮਰੇ ਦੇ ਇੱਕ ਕੋਨੇ ਵਿੱਚ ਰੱਖ ਦਿੰਦੇ ਹਾਂ, ਪਰ ਉਸ ਦੀ ਖੁਸ਼ਬੂ ਸਾਰੇ ਕਮਰੇ ਵਿੱਚ ਫੈਲ ਜਾਂਦੀ ਹੈ ਕਿਉਂਕਿ ਉਹਨਾਂ ਦੇ ਕਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਹੁੰਦੇ ਹਨ। ਇਸ ਦਾ ਮਤਲਬ ਕੀ ਹੈ ਕਿ ਪਦਾਰਥ ਦੇ ਕਣ ਨਿਰੰਤਰ ਗਤੀਸ਼ੀਲ ਹੁੰਦੇ ਹਨ। ਆਖਰੀ ਗੁਣ, ਐਂਡ ਦਾ ਲਾਸਟ ਵਨ, ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਮਤਲਬ ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਪਾਰਟੀਕਲਸ ਆਫ ਮੈਟਰ ਅਟਰੈਕਟ ਈਚ ਅਦਰ। ਪਦਾਰਥ ਦੇ ਕਣ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਪਦਾਰਥ ਦੇ ਕਣਾਂ ਦੇ ਵਿਚਕਾਰ ਖਿੱਚ ਦੀਆਂ ਕੁਝ ਸ਼ਕਤੀਆਂ ਹੁੰਦੀਆਂ ਹਨ ਜੋ ਉਹਨਾਂ ਨੂੰ ਜੋੜਦੀਆਂ ਹਨ। ਇਸ ਖਿੱਚ ਦੀ ਤਾਕਤ ਵੱਖ-ਵੱਖ ਪਦਾਰਥਾਂ ਵਿੱਚ ਵੱਖ-ਵੱਖ ਹੁੰਦੀ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਪਦਾਰਥ ਦੀਆਂ ਅਵਸਥਾਵਾਂ ਦੀ, ਮੀਨ ਸਟੇਟਸ ਆਫ ਮੈਟਰ। ਪਦਾਰਥ ਦੀਆਂ ਅਵਸਥਾਵਾਂ, ਸਟੇਟਸ ਆਫ ਮੈਟਰ। ਆਪਣੇ ਆਲੇ ਦੁਆਲੇ ਦੇ ਪਦਾਰਥਾਂ ਨੂੰ ਧਿਆਨ ਨਾਲ ਵੇਖੋ। ਮੈਟਰ ਅਰਾਊਂਡ ਅਸ ਐਗਜ਼ਿਸਟਸ ਇਨ 3 ਡਿਫਰੈਂਟ ਸਟੇਟਸ, ਸੋਲਿਡ, ਲਿਕੁਇਡ ਐਂਡ ਗੈਸ। ਮਤਲਬ ਪਦਾਰਥ ਆਪਣੀਆਂ 3 ਅਵਸਥਾ ਵਿੱਚ ਹੀ ਹੁੰਦੇ ਹਨ, ਠੋਸ, ਦ੍ਰਵ ਅਤੇ ਗੈਸ। ਪਦਾਰਥ ਦੀਆਂ ਇਹ ਅਵਸਥਾਵਾਂ ਉਸ ਦੇ ਕਣਾਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਕਾਰਨ ਹੁੰਦੀਆਂ ਹਨ। ਹੁਣ ਅਸੀਂ ਪਦਾਰਥ ਦੀਆਂ 3 ਅਵਸਥਾਵਾਂ ਦੇ ਗੁਣਾਂ ਦਾ ਵਿਸਥਾਰ ਪੂਰਵਕ ਅਧਿਐਨ ਕਰਾਂਗੇ। First state of matter is the solid state. First of all, collect the following articles. ਹੇਠਾਂ ਦਿੱਤੀਆਂ ਹੋਈਆਂ ਵਸਤੂਆਂ ਇਕੱਠੀਆਂ ਕਰੋ। A pen, ਇੱਕ ਕਲਮ, a book, ਇੱਕ ਕਿਤਾਬ, a needle, ਇੱਕ ਸੂਈ, and a piece of wooden stick, ਇੱਕ ਲੱਕੜ ਦੀ ਸੋਟੀ ਦਾ ਟੁਕੜਾ। ਇਹਨਾਂ ਵਸਤੂਆਂ ਦੇ ਚਾਰੇ ਪਾਸੇ ਪੈਨਸਿਲ ਘੁਮਾ ਕੇ ਇਹਨਾਂ ਦੇ ਆਕਾਰ ਦਾ ਰੇਖਾ ਚਿੱਤਰ ਬਣਾਓ। ਉਪਰੋਕਤ ਸਾਰੀਆਂ ਉਦਾਹਰਨਾਂ ਠੋਸ ਦੀਆਂ ਹਨ। ਅਸੀਂ ਵੇਖ ਸਕਦੇ ਹਾਂ ਕਿ ਇਹਨਾਂ ਸਾਰਿਆਂ ਵਿੱਚ ਇੱਕ ਨਿਸ਼ਚਿਤ ਆਕਾਰ, ਸਪਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਭਾਵ ਨਾਮ ਮਾਤਰ ਨਪੀੜਨ ਯੋਗਤਾ ਹੁੰਦੀ ਹੈ। ਬਾਹਰੋਂ ਬਲ ਲਗਾਉਣ ਤੇ ਵੀ ਠੋਸ ਆਪਣੇ ਆਕਾਰ ਨੂੰ ਬਣਾ ਕੇ ਰੱਖਦੇ ਹਨ। ਠੀਕ ਹੈ, ਬਲ ਲਗਾਉਣ ਨਾਲ ਠੋਸ ਟੁੱਟ ਸਕਦੇ ਹਨ, ਪਰ ਇਹਨਾਂ ਦਾ ਆਕਾਰ ਨਹੀਂ ਬਦਲਦਾ, ਇਸ ਲਈ ਇਹ ਨਿੱਗਰ ਹੁੰਦੇ ਹਨ। ਨਾਓ ਕੰਸੀਡਰ ਦਾ ਫੋਲੋਇੰਗ। ਹੇਠ ਲਿਖਿਆ ਤੇ ਵਿਚਾਰ ਕਰੋ। ਫਸਟ ਵਨ, ਰਬਰ ਬੈਂਡ। ਰਬੜ ਬੈਂਡ ਨੂੰ ਕੀ ਮੰਨਿਆ ਜਾਵੇਗਾ ਕਿ ਖਿੱਚ ਕੇ ਇਸ ਦਾ ਆਕਾਰ ਬਦਲਿਆ ਜਾ ਸਕਦਾ ਹੈ? ਕੀ ਇਹ ਠੋਸ ਹੈ? ਹਾਂ, ਇਹ ਠੋਸ ਹੈ ਕਿਉਂਕਿ
ਬਾਰੀ ਬਲ ਲਗਾਉਣ ਨਾਲ ਰਬੜ ਬੈਂਡ ਦਾ ਆਕਾਰ ਬਦਲਦਾ ਹੈ ਅਤੇ ਬਲ ਹਟਾ ਲੈਣ ਨਾਲ ਇਹ ਦੁਬਾਰਾ ਆਪਣੇ ਮੂਲ ਆਕਾਰ ਵਿੱਚ ਆ ਜਾਂਦਾ ਹੈ। ਬਹੁਤ ਜ਼ਿਆਦਾ ਬਲ ਲਗਾਉਣ ਤੇ ਕੀ ਹੈ, ਟੁੱਟ ਜਾਂਦਾ ਹੈ। ਇਹ ਸਾਰੀਆਂ ਹੀ ਇਸ ਦੀਆਂ ਵਿਸ਼ੇਸ਼ਤਾਵਾਂ ਠੋਸ ਦੀਆਂ ਹੀ ਹਨ, ਇਸ ਲਈ ਇਹ ਠੋਸ ਹਨ। ਸੈਕੰਡ ਵਨ, ਸ਼ੂਗਰ ਐਂਡ ਸਾਲਟ। ਵੱਖ-ਵੱਖ ਆਕਾਰ ਦੇ ਬਰਤਨਾਂ ਵਿੱਚ ਰੱਖਣ ਤੇ ਚੀਨੀ ਅਤੇ ਨਮਕ ਉਹਨਾਂ ਬਰਤਨਾਂ ਦੇ ਆਕਾਰ ਲੈ ਲੈਂਦੇ ਹਨ। ਕੀ ਇਹ ਠੋਸ ਹਨ? ਹਾਂ, ਇਹ ਸਾਰੇ ਠੋਸ ਹਨ, ਕਿਉਂਕਿ ਭਾਵੇਂ ਅਸੀਂ ਚੀਨੀ ਜਾਂ ਨਮਕ ਨੂੰ ਆਪਣੇ ਹੱਥ ਵਿੱਚ ਲਈ ਜਾਂ ਕਿਸੇ ਪਲੇਟ ਵਿੱਚ ਜਾਂ ਜਾਰ ਵਿੱਚ ਜਾਂ ਕਿਸੇ ਡੱਬੇ ਵਿੱਚ, ਇਹਨਾਂ ਦਾ ਆਕਾਰ ਨਹੀਂ ਬਦਲਦਾ, ਇਸ ਲਈ ਇਹ ਠੋਸ ਹਨ। ਲਾਸਟ ਵਨ, ਸਪੰਜ। ਸਪੰਜ ਕੀ ਹੈ? ਇਹ ਠੋਸ ਹੈ, ਪਰ ਫਿਰ ਵੀ ਇਸ ਦਾ ਨਪੀੜਨ ਸੰਭਵ ਹੈ। ਕਿਉਂ? ਸਪੰਜ ਵਿੱਚ ਬਹੁਤ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਵਿੱਚ ਹਵਾ ਸਮਾਈ ਹੁੰਦੀ ਹੈ। ਜਦੋਂ ਅਸੀਂ ਇਸ ਨੂੰ ਦਬਾਉਂਦੇ ਹਾਂ ਤਾਂ ਉਹ ਹਵਾ ਬਾਹਰ ਨਿਕਲਦੀ ਹੈ, ਜਿਸ ਨਾਲ ਇਸ ਦਾ ਨਪੀੜਨ ਸੰਭਵ ਹੁੰਦਾ ਹੈ। ਇਹ ਸਭ ਕੁਝ ਸਮਝਣ ਤੋਂ ਬਾਅਦ ਹੁਣ ਅਸੀਂ ਸੋਲਿਡ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। A solid is that state of matter which has definite shape, mass and volume। ਮਤਲਬ ਠੋਸ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਨਿਸ਼ਚਿਤ ਆਕਾਰ, ਪੁੰਜ ਅਤੇ ਆਇਤਨ ਹੁੰਦਾ ਹੈ। ਠੀਕ ਹੈ? A solid is that state of matter which has definite shape, mass and volume। ਠੋਸ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਨਿਸ਼ਚਿਤ ਆਕਾਰ, ਪੁੰਜ ਅਤੇ ਆਇਤਨ ਹੁੰਦਾ ਹੈ। ਫੋਰ ਐਗਜ਼ਾਮਪਲ, ਪੈਨ, ਬੁੱਕ, ਨੀਡਲ, ਵੁਡਨ ਸਟਿਕ, ਇਹ ਸਾਰੇ ਠੋਸ ਹਨ। ਹੁਣ ਸੋਲਿਡ ਦੀਆਂ ਪ੍ਰੋਪਰਟੀਜ਼, ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ। ਫਰਸਟ ਵਨ, ਸੋਲਿਡਸ ਹੈਵ ਏ ਡੈਫੀਨਿਟ ਮਾਸ ਐਂਡ ਡੈਫੀਨਿਟ ਵੋਲੀਅਮ। ਠੋਸਾਂ ਦਾ ਪੱਕਾ ਪੁੰਜ ਅਤੇ ਨਿਸ਼ਚਿਤ ਆਕਾਰ ਹੁੰਦਾ ਹੈ। ਸੋਲਿਡਸ ਹੈਵ ਏ ਡੈਫੀਨਿਟ ਮਾਸ ਐਂਡ ਡੈਫੀਨਿਟ ਵੋਲੀਅਮ। ਠੋਸਾਂ ਦਾ ਪੱਕਾ ਪੁੰਜ ਅਤੇ ਨਿਸ਼ਚਿਤ ਆਕਾਰ ਹੁੰਦਾ ਹੈ। ਨੈਕਸਟ ਵਨ, ਸੋਲਿਡ ਹੈਵ ਨਿਗਲੀਜੀਬਲ ਕੰਪਰੈਸਿਬਿਲਿਟੀ। ਠੋਸਾਂ ਵਿੱਚ ਬਹੁਤ ਘੱਟ ਕੰਪਰੈਸਿਬਿਲਿਟੀ ਹੁੰਦੀ ਹੈ। Solids have negligible compressibility। ਠੋਸਾਂ ਵਿੱਚ ਬਹੁਤ ਘੱਟ ਕੰਪਰੈਸਿਬਿਲਿਟੀ ਹੁੰਦੀ ਹੈ। ਨੈਕਸਟ ਵਨ, solids have high densities। ਠੋਸਾਂ ਦੀ ਉੱਚ ਘਣਤਾ ਹੁੰਦੀ ਹੈ। Solids have high densities। ਠੋਸਾਂ ਦੀ ਉੱਚ ਘਣਤਾ ਹੁੰਦੀ ਹੈ। And the last one, the intermolecular distance is very small and intermolecular forces are very strong। ਇੰਟਰਮੋਲੀਕੂਲਰ ਡਿਸਟੈਂਸ ਬਹੁਤ ਘੱਟ ਅਤੇ ਇੰਟਰਮੋਲੀਕੂਲਰ ਫੋਰਸਿਸ ਬਹੁਤ ਜ਼ਿਆਦਾ ਹੁੰਦੀ ਹੈ। ਕੀ ਹੁੰਦਾ ਹੈ ਸੋਲਿਡ ਦੇ ਵਿੱਚ? The intermolecular distance is very small and the intermolecular forces are very strong। ਇੰਟਰਮੋਲੀਕੂਲਰ ਡਿਸਟੈਂਸ ਬਹੁਤ ਘੱਟ ਅਤੇ ਇੰਟਰਮੋਲੀਕੂਲਰ ਫੋਰਸ ਬਹੁਤ ਜ਼ਿਆਦਾ ਹੁੰਦੀ ਹੈ। Now move to the next state of matter which is the liquid state। Collect the following। ਹੇਠ ਲਿਖੀਆਂ ਵਸਤੂਆਂ ਨੂੰ ਇਕੱਠਾ ਕਰੋ। ਵਾਟਰ, ਕੁਕਿੰਗ ਆਇਲ, ਮਿਲਕ, ਜੂਸ, ਇਹ ਕੋਲਡ ਡਰਿੰਕ। ਇਹਨਾਂ ਦਰਵਾਂ ਨੂੰ ਫਰਸ਼ ਤੇ ਡੋਲ ਦੇਣ ਨਾਲ ਕੀ ਹੋਵੇਗਾ? ਕਿਸੇ ਇੱਕ ਦਰਵ ਦਾ 50 ਮਿਲੀਲੀਟਰ ਮਾਪ ਕੇ ਵੱਖ-ਵੱਖ ਬਰਤਨਾਂ ਵਿੱਚ ਕ੍ਰਮਵਾਰ ਇੱਕ-ਇੱਕ ਕਰਕੇ ਪਾਓ। ਕੀ ਹਰ ਵਾਰ ਆਇਤਨ ਬਰਾਬਰ ਰਹਿੰਦਾ ਹੈ? ਪ੍ਰੀਖਣ ਤੋਂ ਅਸੀਂ ਵੇਖਦੇ ਹਾਂ ਕਿ ਦਰਵ ਦਾ ਕੋਈ ਆਕਾਰ ਨਹੀਂ, ਪਰ ਆਇਤਨ ਨਿਸ਼ਚਿਤ ਹੁੰਦਾ ਹੈ। ਜਿਸ ਬਰਤਨ ਵਿੱਚ ਇਹਨਾਂ ਨੂੰ ਰੱਖਿਆ ਜਾਵੇ ਤਾਂ ਉਹ ਉਸੇ ਬਰਤਨ ਦਾ ਆਕਾਰ ਲੈ ਲੈਂਦੇ ਹਨ। ਦਰਵਾਂ ਵਿੱਚ ਬਹਿਣ ਹੁੰਦਾ ਹੈ ਅਤੇ ਇਹਨਾਂ ਦਾ ਆਕਾਰ ਬਦਲਦਾ ਹੈ, ਇਸ ਲਈ ਇਹ ਨਿੱਗਰ ਨਹੀਂ, ਤਰਲ ਹੁੰਦੇ ਹਨ। ਇਹ ਸਭ ਕੁਝ ਸਮਝਣ ਤੋਂ ਬਾਅਦ ਹੁਣ ਅਸੀਂ ਲਿਕੁਇਡ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ? A liquid is that state of matter which has definite mass and volume but not definite shape। ਤਰਲ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਨਿਸ਼ਚਿਤ ਪੁੰਜ ਅਤੇ ਆਇਤਨ ਹੁੰਦਾ ਹੈ, ਪਰ ਨਿਸ਼ਚਿਤ ਆਕਾਰ ਨਹੀਂ ਹੁੰਦਾ। A liquid is that state of matter which has definite mass and volume but not definite shape। ਤਰਲ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਨਿਸ਼ਚਿਤ ਪੁੰਜ ਅਤੇ ਆਇਤਨ ਹੁੰਦਾ ਹੈ, ਪਰ ਨਿਸ਼ਚਿਤ ਆਕਾਰ ਨਹੀਂ ਹੁੰਦਾ ਹੈ। ਇਸ ਦੇ ਨਾਲ ਹੀ ਲਿਕੁਇਡ ਸਟੇਟ ਦੀਆਂ ਪ੍ਰੋਪਰਟੀਜ਼, ਵਿਸ਼ੇਸ਼ਤਾਵਾਂ ਦੀ ਵੀ ਗੱਲ ਕਰਦੇ ਹਾਂ। ਲਿਕੁਇਡਸ ਹੈਵ a definite mass and volume। ਤਰਲਾਂ ਦਾ ਪੱਕਾ ਪੁੰਜ ਅਤੇ ਆਇਤਨ ਹੁੰਦਾ ਹੈ। ਲਿਕੁਇਡਸ ਹੈਵ a definite mass and volume। ਤਰਲਾਂ ਦਾ ਪੱਕਾ ਪੁੰਜ ਅਤੇ ਆਇਤਨ ਹੁੰਦਾ ਹੈ। ਨੈਕਸਟ ਵਨ, ਲਿਕੁਇਡਸ ਡੂ ਨਾਟ ਹੈਵ ਡੈਫੀਨਿਟ ਸ਼ੇਪ। ਤਰਲ ਦਾ ਨਿਸ਼ਚਿਤ ਆਕਾਰ ਨਹੀਂ ਹੁੰਦਾ। ਲਿਕੁਇਡਸ ਡੂ ਨਾਟ ਹੈਵ ਡੈਫੀਨਿਟ ਸ਼ੇਪ। ਤਰਲ ਦਾ ਨਿਸ਼ਚਿਤ ਆਕਾਰ ਨਹੀਂ ਹੁੰਦਾ। ਨੈਕਸਟ ਵਨ, ਲਿਕੁਇਡਸ ਆਰ ਮੋਰ ਕੰਪਰੈਸਿਬਲ ਦੈਨ ਸੋਲਿਡ। ਤਰਲ ਪਦਾਰਥ ਠੋਸ ਨਾਲੋਂ ਵਧੇਰੇ ਕੰਪਰੈਸਿਬਲ ਹੁੰਦੇ ਹਨ। ਲਿਕੁਇਡਸ ਆਰ ਮੋਰ ਕੰਪਰੈਸਿਬਲ ਦੈਨ ਸੋਲਿਡ। ਤਰਲ ਪਦਾਰਥ ਠੋਸ ਨਾਲੋਂ ਵਧੇਰੇ ਕੰਪਰੈਸਿਬਲ ਹੁੰਦੇ ਹਨ। ਨੈਕਸਟ ਵਨ, ਲਿਕੁਇਡਸ ਆਰ ਲੈਸ ਡੈਂਸ ਦੈਨ ਦੈਟ ਆਫ ਸੋਲਿਡਸ। ਤਰਲ ਪਦਾਰਥ ਠੋਸਾਂ ਨਾਲੋਂ ਘੱਟ ਸੰਘਣੇ ਹੁੰਦੇ ਹਨ।
Liquids are less dense than that of solids. ਤਰਲ ਪਦਾਰਥ ਠੋਸਾਂ ਨਾਲੋਂ ਘੱਟ ਸੰਘਣੇ ਹੁੰਦੇ ਹਨ। And the last one, less intermolecular force of attraction in liquids. ਤਰਲ ਵਿੱਚ intermolecular force of attraction ਘੱਟ ਹੁੰਦੀ ਹੈ। Less intermolecular force of attractions in liquid. ਤਰਲ ਵਿੱਚ intermolecular force of attraction ਘੱਟ ਹੁੰਦੀ ਹੈ। Last state of matter is the gaseous state. Have you ever observed a balloon seller filling a large number of balloons from a single cylinder of gas? ਮਤਲਬ ਕੀ ਤੁਸੀਂ ਕਦੇ ਉਸ ਗੁਬਾਰੇ ਵਾਲੇ ਵੱਲ ਧਿਆਨ ਦਿੱਤਾ ਹੈ ਜੋ ਗੈਸ ਦੇ ਇੱਕ ਹੀ ਸਿਲੰਡਰ ਵਿੱਚੋਂ ਬਹੁਤ ਸਾਰੇ ਗੁਬਾਰਿਆਂ ਵਿੱਚ ਹਵਾ ਭਰਦਾ ਹੈ? ਗੁਬਾਰੇ ਵਾਲਾ ਇਹ ਕਿਸ ਤਰ੍ਹਾਂ ਕਰਦਾ ਹੈ? Because gases are highly compressible as compared to solids and liquids. ਇਸ ਦਾ ਅਰਥ ਗੈਸਾਂ ਠੋਸ ਅਤੇ ਤਰਲਾਂ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਕੰਪਰੈਸਿਬਲ ਹੁੰਦੀਆਂ ਹਨ। ਇਸ ਦੇ ਕਾਰਨ ਹੀ ਉਹ ਇੱਕ ਸਿਲੰਡਰ ਤੋਂ ਬਹੁਤ ਸਾਰੇ ਗੁਬਾਰੇ ਭਰ ਸਕਦਾ ਹੈ। ਹੋਰ ਗੱਲ ਕਰੀਏ ਤਾਂ ਸਾਡੇ ਘਰਾਂ ਵਿੱਚ ਖਾਣਾ ਬਣਾਉਣ ਵਿੱਚ ਵਰਤੀ ਜਾਣ ਵਾਲੀ ਗੈਸ ਦ੍ਰਵਿਤ ਪੈਟਰੋਲੀਅਮ ਗੈਸ, ਜਿਸ ਨੂੰ ਅਸੀਂ LPG ਸਿਲੰਡਰ ਵੀ ਕਹਿੰਦੇ ਹਾਂ ਜਾਂ LPG ਕਹਿੰਦੇ ਹਾਂ, ਜਾਂ ਹਸਪਤਾਲਾਂ ਵਿੱਚ ਦਿੱਤੀ ਜਾਣ ਵਾਲੀ ਆਕਸੀਜਨ ਸਿਲੰਡਰ ਵਿੱਚ ਨਿਪੀੜਿਤ ਗੈਸ ਹੁੰਦੀ ਹੈ। ਅੱਜ ਕੱਲ੍ਹ ਗੱਡੀਆਂ ਵਿੱਚ ਬਾਲਣ ਦੇ ਰੂਪ ਵਿੱਚ ਨਿਪੀੜਿਤ ਕੁਦਰਤੀ ਗੈਸ, ਜਿਸ ਨੂੰ ਅਸੀਂ CNG ਕਹਿੰਦੇ ਹਾਂ, ਦੀ ਵਰਤੋਂ ਹੁੰਦੀ ਹੈ। ਨਿਪੀੜਨ ਕਾਫੀ ਹੋਣ ਕਾਰਨ ਗੈਸ ਦੇ ਬਹੁਤ ਜ਼ਿਆਦਾ ਆਇਤਨ ਨੂੰ ਇੱਕ ਘੱਟ ਆਇਤਨ ਵਾਲੇ ਸਿਲੰਡਰ ਵਿੱਚ ਨਿਪੀੜਿਤ ਕੀਤਾ ਜਾ ਸਕਦਾ ਹੈ ਅਤੇ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜਿਆ ਜਾ ਸਕਦਾ ਹੈ। Now we defined the gaseous state. A gas is that state of matter which has definite mass but no definite volume and no definite shape. For example, oxygen, nitrogen, etc. ਇਸ ਦਾ ਅਰਥ ਗੈਸ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਪੁੰਜ ਪੱਕਾ ਹੁੰਦਾ ਹੈ ਪਰ ਕੋਈ ਨਿਸ਼ਚਿਤ ਆਇਤਨ ਅਤੇ ਕੋਈ ਨਿਸ਼ਚਿਤ ਆਕਾਰ ਜਾਂ ਸ਼ਕਲ ਨਹੀਂ ਹੁੰਦੀ। A gas is that state of matter which has definite mass but no definite volume and no definite shape. ਗੈਸ ਪਦਾਰਥ ਦੀ ਉਹ ਅਵਸਥਾ ਹੁੰਦੀ ਹੈ ਜਿਸ ਦਾ ਪੱਕਾ ਪੁੰਜ ਹੁੰਦਾ ਹੈ ਪਰ ਕੋਈ ਨਿਸ਼ਚਿਤ ਆਇਤਨ ਅਤੇ ਕੋਈ ਨਿਸ਼ਚਿਤ ਆਕਾਰ ਜਾਂ ਸ਼ਕਲ ਨਹੀਂ ਹੁੰਦੀ। ਉਦਾਹਰਨ ਵਜੋਂ ਆਕਸੀਜਨ, ਨਾਈਟ੍ਰੋਜਨ ਆਦਿ। ਹੁਣ ਗੱਲ ਕਰਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ ਦੀ, ਪ੍ਰੋਪਰਟੀਜ਼ ਦੀ। A gas contained in a vessel have definite mass. ਇੱਕ ਬਰਤਨ ਵਿੱਚ ਪਈ ਗੈਸ ਦਾ ਪੱਕਾ ਪੁੰਜ ਹੁੰਦਾ ਹੈ। A gas contained in a vessel have definite mass. ਇੱਕ ਬਰਤਨ ਵਿੱਚ ਪਈ ਗੈਸ ਦਾ ਪੱਕਾ ਪੁੰਜ ਹੁੰਦਾ ਹੈ। They do not have definite shape and volume. ਇਹਨਾਂ ਦਾ ਨਿਸ਼ਚਿਤ ਆਕਾਰ ਅਤੇ ਆਇਤਨ ਨਹੀਂ ਹੁੰਦਾ। They do not have definite shape and volume. ਇਹਨਾਂ ਦਾ ਨਿਸ਼ਚਿਤ ਆਕਾਰ ਅਤੇ ਆਇਤਨ ਨਹੀਂ ਹੁੰਦਾ। Next one, gases are highly compressible. ਗੈਸਾਂ ਬਹੁਤ ਜ਼ਿਆਦਾ ਕੰਪਰੈਸਿਬਲ ਹਨ। Gases are highly compressible. ਗੈਸਾਂ ਬਹੁਤ ਜ਼ਿਆਦਾ ਕੰਪਰੈਸਿਬਲ ਹਨ। Next one, densities of gases are extremely small. ਗੈਸਾਂ ਦੀ ਘਣਤਾ ਬਹੁਤ ਘੱਟ ਹੁੰਦੀ ਹੈ। Densities of gases are extremely small. ਗੈਸਾਂ ਦੀ ਘਣਤਾ ਬਹੁਤ ਘੱਟ ਹੁੰਦੀ ਹੈ। And the last one, negligible intermolecular forces of attraction. ਗੈਸਾਂ ਦੀ intermolecular forces of attraction ਬਹੁਤ ਜ਼ਿਆਦਾ ਘੱਟ ਹੁੰਦੀ ਹੈ। Negligible intermolecular forces of attraction. ਗੈਸਾਂ ਦੀ intermolecular forces of attraction ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਕੀ ਪਦਾਰਥ ਆਪਣੀ ਅਵਸਥਾ ਨੂੰ ਬਦਲ ਸਕਦਾ ਹੈ? Can matter change its state? Water can exist in 3 states of matter. ਅਸੀਂ ਜਾਣਦੇ ਹਾਂ ਕਿ ਪਾਣੀ 3 ਅਵਸਥਾ ਵਿੱਚ ਰਹਿ ਸਕਦਾ ਹੈ। Solid as ice, ਠੋਸ ਜਿਵੇਂ ਬਰਫ਼, liquid as familiar water, ਤਰਲ ਜਿਵੇਂ ਪਾਣੀ, and gas as a water vapors, ਗੈਸ ਜਿਵੇਂ ਜਲ ਵਾਸ਼ਪ। ਬਹੁਤ ਸਾਰੇ ਕੁਐਸਚਨ ਸਾਡੇ ਦਿਮਾਗ ਵਿੱਚ ਆਉਂਦੇ ਹਨ, ਜਿਵੇਂ ਕਿ ਅਵਸਥਾ ਬਦਲਣ ਵੇਲੇ ਪਦਾਰਥ ਵਿੱਚ ਕੀ ਹੁੰਦਾ ਹੈ? ਅਵਸਥਾ ਪਰਿਵਰਤਨ ਨਾਲ ਪਦਾਰਥ ਦੇ ਕਣਾਂ ਤੇ ਕੀ ਪ੍ਰਭਾਵ ਪੈਂਦਾ ਹੈ? ਕੀ ਸਾਨੂੰ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਲੱਭਣਾ ਚਾਹੀਦਾ? ਇਹ ਸਾਰੇ ਕੁਐਸਚਨ ਸਾਨੂੰ ਅੱਗੇ ਆਉਣ ਵਾਲੇ ਟੌਪਿਕ ਵਿੱਚ ਕਲੀਅਰ ਹੋ ਜਾਣਗੇ। ਸਾਡਾ ਨੈਕਸਟ ਟੌਪਿਕ ਹੈ ਇੰਟਰਕਨਵਰਜ਼ਨ ਆਫ ਸਟੇਟਸ ਆਫ ਮੈਟਰ। ਸਭ ਤੋਂ ਪਹਿਲਾਂ ਅਸੀਂ ਇੰਟਰਕਨਵਰਜ਼ਨ ਆਫ ਸਟੇਟਸ ਆਫ ਮੈਟਰ ਨੂੰ ਪਰਿਭਾਸ਼ਿਤ ਕਰਦੇ ਹਾਂ ਜਾਂ ਸਪਸ਼ਟ ਕਰਦੇ ਹਾਂ। The phenomenon of change of matter from one state to another state while altering the conditions of temperature and pressure is called interconversion of matter. ਤਾਪਮਾਨ ਅਤੇ ਦਬਾਅ ਦੀਆਂ ਸਥਿਤੀਆਂ ਵਿੱਚ ਤਬਦੀਲੀ ਕਰਕੇ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਪਦਾਰਥ ਦੇ ਤਬਦੀਲੀ ਦੇ ਵਰਤਾਰੇ ਨੂੰ ਪਦਾਰਥ ਦਾ ਅੰਤਰ ਪਰਿਵਰਤਨ ਕਿਹਾ ਜਾਂਦਾ ਹੈ। ਓਕੇ, the phenomenon of change of matter from one state to another state
by altering the conditions of temperature and pressure is called interconversion of matter. ਤਾਪਮਾਨ ਅਤੇ ਦਬਾਅ ਦੀਆਂ ਸਥਿਤੀਆਂ ਵਿੱਚ ਤਬਦੀਲੀ ਕਰਕੇ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਪਦਾਰਥ ਦੇ ਤਬਦੀਲੀ ਦੇ ਵਰਤਾਰੇ ਨੂੰ ਪਦਾਰਥ ਦਾ ਅੰਤਰ ਪਰਿਵਰਤਨ ਕਿਹਾ ਜਾਂਦਾ ਹੈ। The states of matter can be interchanged into one another by altering the conditions of, ਮਤਲਬ ਪਦਾਰਥ ਦੀਆਂ ਸਥਿਤੀਆਂ ਦੀਆਂ ਸ਼ਰਤਾਂ ਨੂੰ ਬਦਲ ਕੇ ਇੱਕ ਦੂਜੇ ਵਿੱਚ ਤਬਦੀਲ ਕੀਤੀਆਂ ਜਾ ਸਕਦੀਆਂ। ਉਹ ਸ਼ਰਤਾਂ ਕਿਹੜੀਆਂ ਹਨ? ਕੰਡੀਸ਼ਨਸ ਕਿਹੜੀਆਂ ਹਨ? ਟੈਂਪਰੇਚਰ ਐਂਡ ਪ੍ਰੈਸ਼ਰ। ਸਭ ਤੋਂ ਪਹਿਲਾਂ ਅਸੀਂ ਪਦਾਰਥ ਦੀਆਂ ਅਵਸਥਾ ਦੇ ਆਪਸੀ ਤਾਲਮੇਲ ਉੱਤੇ ਤਾਪਮਾਨ ਦੇ ਪ੍ਰਭਾਵ ਬਾਰੇ ਗੱਲ ਕਰਾਂਗੇ। ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਤਾਪਮਾਨ ਪਰਿਵਰਤਨ ਦਾ ਪ੍ਰਭਾਵ। ਇੰਟਰਕਨਵਰਜ਼ਨ ਆਫ ਸੋਲਿਡ ਇਨਟੂ ਲਿਕੁਇਡ, ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ। ਔਰ ਇੰਟਰਕਨਵਰਜ਼ਨ ਆਫ ਲਿਕੁਇਡ ਇਨਟੂ ਸੋਲਿਡ, ਭਾਵ ਦ੍ਰਵ ਤੋਂ ਠੋਸ ਅਵਸਥਾ ਵਿੱਚ ਪਰਿਵਰਤਨ। The solids can be converted into liquid by heating them, ਭਾਵ ਠੋਸ ਨੂੰ ਹੀਟ ਨਾਲ ਮਤਲਬ ਗਰਮ ਕਰਕੇ ਦ੍ਰਵ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। And the liquid can be converted into solids by cooling them, ਭਾਵ ਦ੍ਰਵ ਨੂੰ ਕੂਲਿੰਗ ਮਤਲਬ ਠੰਡਾ ਕਰਕੇ ਠੋਸ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਉਦਾਹਰਨ ਦੀ ਗੱਲ ਕਰੀਏ, ਜਦੋਂ ਬਰਫ਼ ਨੂੰ 0 ਡਿਗਰੀ ਸੈਲਸੀਅਸ ਤੇ ਗਰਮ ਕੀਤਾ ਜਾਂਦਾ ਹੈ ਤਾਂ ਬਰਫ਼ ਪਾਣੀ ਵਿੱਚ ਬਦਲ ਜਾਂਦੀ ਹੈ, ਅਤੇ ਜਦੋਂ ਪਾਣੀ ਨੂੰ 0 ਡਿਗਰੀ ਸੈਲਸੀਅਸ ਤੇ ਠੰਡਾ ਕੀਤਾ ਜਾਂਦਾ ਹੈ ਤਾਂ ਇਹ ਬਰਫ਼ ਬਣ ਜਾਂਦਾ ਹੈ। ਠੋਸ ਦੇ ਤਰਲ ਰੂਪ ਵਿੱਚ ਤਬਦੀਲੀ ਬਾਰੇ ਮੈਲਟਿੰਗ ਮਤਲਬ ਪਿਘਲਣ ਦੀ ਪ੍ਰਕਿਰਿਆ ਵਿੱਚ ਦੱਸਿਆ ਗਿਆ ਹੈ। ਮੈਲਟਿੰਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। The process due to which a solid changes into liquid by absorbing heat energy is called melting, ਜਿਸ ਵਿੱਚ ਇੱਕ ਠੋਸ ਗਰਮੀ ਸੋਖਣ ਦੇ ਕਾਰਨ ਤਰਲ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਮੈਲਟਿੰਗ ਪਿਘਲਣ ਕਿਹਾ ਜਾਂਦਾ ਹੈ। ਠੀਕ ਹੈ। The process due to which a solid changes into liquid by absorbing heat energy is called melting, ਜਿਸ ਵਿੱਚ ਇੱਕ ਠੋਸ ਗਰਮੀ ਸੋਖਣ ਦੇ ਕਾਰਨ ਤਰਲ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਮੈਲਟਿੰਗ ਪਿਘਲਣ ਕਿਹਾ ਜਾਂਦਾ ਹੈ। ਠੋਸ ਦੇ ਤਾਪਮਾਨ ਨੂੰ ਵਧਾਉਣ ਤੇ ਉਸਦੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ। ਗਤਿਜ ਊਰਜਾ ਵਧਣ ਨਾਲ ਕਣ ਵਧੇਰੇ ਤੇਜ਼ੀ ਨਾਲ ਕੰਬਣ ਲੱਗ ਪੈਂਦੇ ਹਨ। ਗਰਮੀ ਦੇ ਕਾਰਨ ਦਿੱਤੀ ਹੋਈ ਊਰਜਾ ਕਣਾਂ ਦੇ ਵਿੱਚ ਆਕਰਸ਼ਣ ਬਲ ਨੂੰ ਪਾਰ ਕਰ ਲੈਂਦੀ ਹੈ। ਇਸ ਕਾਰਨ ਕਣ ਆਪਣੇ ਸਥਾਨ ਨੂੰ ਛੱਡ ਕੇ ਵਧੇਰੇ ਸੁਤੰਤਰ ਹੋ ਕੇ ਗਤੀ ਕਰਨ ਲੱਗ ਪੈਂਦੇ ਹਨ। ਇੱਕ ਅਵਸਥਾ ਅਜਿਹੀ ਆਉਂਦੀ ਹੈ ਜਦੋਂ ਠੋਸ ਪਿਘਲ ਕੇ ਦ੍ਰਵ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਪਿਘਲਣ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ ਮੈਲਟਿੰਗ ਪੁਆਇੰਟ। Melting point, the temperature at which a solid melt to become a liquid at atmospheric pressure is called its melting point. ਜਿਸ ਤਾਪਮਾਨ ਤੇ ਠੋਸ ਪਿਘਲ ਕੇ ਦ੍ਰਵ ਬਣ ਜਾਂਦਾ ਹੈ ਉਹ ਇਸ ਦਾ ਪਿਘਲਣ ਅੰਕ melting point ਅਖਵਾਉਂਦਾ ਹੈ। Melting point, the temperature at which a solid melt to become a liquid at the atmospheric pressure is called its melting point. ਮਤਲਬ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਦ੍ਰਵ ਬਣ ਜਾਂਦਾ ਹੈ ਉਹ ਇਸ ਦਾ ਪਿਘਲਣ ਅੰਕ ਮੈਲਟਿੰਗ ਪੁਆਇੰਟ ਅਖਵਾਉਂਦਾ ਹੈ। ਕਿਸੇ ਠੋਸ ਦਾ ਪਿਘਲਣ ਅੰਕ ਮੈਲਟਿੰਗ ਪੁਆਇੰਟ ਉਸਦੇ ਕਣਾਂ ਵਿਚਲੇ ਆਕਰਸ਼ਣ ਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਠੀਕ ਹੈ। ਕਿਸੇ ਵੀ ਠੋਸ ਦਾ ਪਿਘਲਣ ਅੰਕ ਹੈ ਜਾਂ ਮੈਲਟਿੰਗ ਪੁਆਇੰਟ ਉਹ ਕੀ ਕਰਦਾ ਹੈ? ਉਸਦੇ ਕਣਾਂ ਵਿਚਲੇ ਆਕਰਸ਼ਣ ਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਬਰਫ਼ ਦਾ ਪਿਘਲਣ ਦਰਜਾ 273.16 ਕੈਲਵਿਨ ਹੈ। ਪਿਘਲਣ ਦੀ ਪ੍ਰਕਿਰਿਆ ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਨੂੰ ਫਿਊਜ਼ਨ ਵੀ ਕਹਿੰਦੇ ਹਨ। ਅੱਗੇ ਗੱਲ ਕਰੀਏ ਤਾਂ ਤਰਲ ਦੇ ਠੋਸ ਰੂਪ ਵਿੱਚ ਤਬਦੀਲੀ ਬਾਰੇ ਫ੍ਰੀਜ਼ਿੰਗ ਜਾਂ ਜੰਮਣ ਦੀ ਪ੍ਰਕਿਰਿਆ ਵਿੱਚ ਦੱਸਿਆ ਗਿਆ ਹੈ। Freezing, the process due to which a liquid changes into solid by giving out heat energy is called freezing, ਜਿਸ ਵਿੱਚ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ freezing ਜਾਂ ਜੰਮਣਾ ਕਿਹਾ ਜਾਂਦਾ ਹੈ। The process due to which a liquid changes into solid by giving out heat energy is called freezing, ਜਿਸ ਵਿੱਚ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਫ੍ਰੀਜ਼ਿੰਗ ਜਾਂ ਜੰਮਣਾ ਕਿਹਾ ਜਾਂਦਾ ਹੈ। ਫ੍ਰੀਜ਼ਿੰਗ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ ਫ੍ਰੀਜ਼ਿੰਗ ਪੁਆਇੰਟ। ਫ੍ਰੀਜ਼ਿੰਗ ਪੁਆਇੰਟ, the constant temperature at which a liquid changes into a solid state by giving out heat energy is called freezing point. Constant temperature ਮਤਲਬ ਨਿਰੰਤਰ ਤਾਪਮਾਨ ਜਿਸ ਤੇ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਅਵਸਥਾ ਵਿੱਚ ਬਦਲ ਜਾਂਦਾ ਹੈ ਤਾਂ ਇਸ ਨੂੰ ਇਸ ਦਾ ਫ੍ਰੀਜ਼ਿੰਗ ਪੁਆਇੰਟ ਕਿਹਾ ਜਾਂਦਾ ਹੈ। ਠੀਕ ਹੈ।
ਤਰਲ ਅਵਸਥਾ ਨੂੰ ਠੋਸ ਅਵਸਥਾ ਵਿੱਚ ਤਬਦੀਲ ਕਰਨ ਨੂੰ ਸੋਲਿਡਿਫਿਕੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਤਾਪਮਾਨ ਪਰਿਵਰਤਨ ਦਾ ਪ੍ਰਭਾਵ, ਇੰਟਰਕਨਵਰਜ਼ਨ ਆਫ ਸੋਲਿਡ ਇਨਟੂ ਗੈਸੀਅਸ ਸਟੇਟ ਭਾਵ द्रव तो गैस अवस्था विच परिवर्तन, और इंटरकन्वर्जन ऑफ गैसियस इनटू लिक्विड स्टेट भाव गैस तो द्रव अवस्था विच परिवर्तन। The liquid can be converted into gases by heating them भाव द्रव ਨੂੰ ਹੀਟਿੰਗ ਨਾਲ ਮਤਲਬ ਗਰਮ ਕਰਕੇ ਗੈਸ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। and the gases can be converted into liquid by cooling them ਭਾਵ ਗੈਸ ਨੂੰ ਕੂਲਿੰਗ ਨਾਲ ਮਤਲਬ ਠੰਡਾ ਕਰਕੇ द्रव ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ ਜਦੋਂ ਪਾਣੀ ਨੂੰ 100 ਡਿਗਰੀ ਸੈਲਸੀਅਸ ਤੇ ਗਰਮ ਕੀਤਾ ਜਾਂਦਾ ਹੈ ਤਾਂ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ, ਅਤੇ ਜਦੋਂ ਭਾਫ਼ ਨੂੰ 100 ਡਿਗਰੀ ਸੈਲਸੀਅਸ ਤੋਂ ਥੱਲੇ ਰੱਖਿਆ ਜਾਂਦਾ ਹੈ ਤਾਂ ਇਹ ਤਰਲ ਦਾ ਗੈਸ ਅਵਸਥਾ ਵਿੱਚ ਬਦਲਣਾ ਜਾਂ ਕਹਿ ਲੋ द्रव ਨੂੰ ਹੀਟਿੰਗ ਨਾਲ ਮਤਲਬ ਗਰਮ ਕਰਕੇ ਗੈਸ ਅਵਸਥਾ ਵਿੱਚ ਪਰਿਵਰਤਨ ਨੂੰ ਬੋਇਲਿੰਗ ਜਾਂ ਵਾਸ਼ਪੀਕਰਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਬੋਇਲਿੰਗ ਵਾਸ਼ਪੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ: The process due to which a liquid changes into gaseous state by absorbing heat is called boiling, ਜਿਸ ਵਿੱਚ ਇੱਕ ਤਰਲ ਗਰਮੀ ਸੋਖਣ ਦੇ ਕਾਰਨ ਗੈਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ boiling ਵਾਸ਼ਪੀਕਰਨ ਕਿਹਾ ਜਾਂਦਾ ਹੈ। The process due to which a liquid changes into gaseous state by absorbing heat is called boiling, ਜਿਸ ਵਿੱਚ ਇੱਕ ਤਰਲ ਗਰਮੀ ਸੋਖਣ ਦੇ ਕਾਰਨ ਗੈਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ boiling ਵਾਸ਼ਪੀਕਰਨ ਕਿਹਾ ਜਾਂਦਾ ਹੈ। ਜਦੋਂ ਅਸੀਂ ਪਾਣੀ ਨੂੰ ਤਾਪ ਊਰਜਾ ਦਿੰਦੇ ਹਾਂ ਤਾਂ ਕਣ ਵਧੇਰੇ ਤੇਜ਼ੀ ਨਾਲ ਗਤੀ ਕਰਦੇ ਹਨ। ਇੱਕ ਨਿਸ਼ਚਿਤ ਤਾਪਮਾਨ ਤੇ ਪਹੁੰਚ ਕੇ ਕਣਾਂ ਵਿੱਚ ਇੰਨੀ ਜ਼ਿਆਦਾ ਊਰਜਾ ਆ ਜਾਂਦੀ ਹੈ ਕਿ ਉਹ ਆਪਸੀ ਆਕਰਸ਼ਣ ਬਲ ਨੂੰ ਤੋੜ ਕੇ ਸੁਤੰਤਰ ਹੋ ਜਾਂਦੇ ਹਨ। ਇਸ ਤਾਪਮਾਨ ਤੇ द्रव ਗੈਸ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਬੋਇਲਿੰਗ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ boiling point. Boiling point, the temperature at which a liquid starts boiling at the atmospheric pressure is known as its boiling point. ਮਤਲਬ ਜਿਸ ਤਾਪਮਾਨ ਤੇ ਕੋਈ ਤਰਲ ਵਾਯੂਮੰਡਲਿਕ ਦਬਾਅ ਤੇ ਉਬਲਣਾ ਸ਼ੁਰੂ ਕਰਦਾ ਹੈ ਉਸ ਨੂੰ ਇਸ ਦਾ ਉਬਾਲ ਬਿੰਦੂ ਜਾਂ boiling point ਵਜੋਂ ਜਾਣਿਆ ਜਾਂਦਾ ਹੈ। ਉਬਲਣਾ ਇੱਕ ਸਮਸ਼ਟੀ ਗੁਣ ਹੈ। द्रव ਦੇ ਸਾਰੇ ਕਣਾਂ ਨੂੰ ਇੰਨੀ ਊਰਜਾ ਮਿਲ ਜਾਂਦੀ ਹੈ ਕਿ ਉਹ ਵਾਸ਼ਪ ਵਿੱਚ ਬਦਲ ਜਾਂਦੇ ਹਨ। The boiling point of water is 100 degree Celsius. ਗੈਸ ਦਾ ਤਰਲ ਅਵਸਥਾ ਵਿੱਚ ਬਦਲਣਾ ਜਾਂ ਕਹਿ ਲੋ ਗੈਸ ਨੂੰ ਕੂਲਿੰਗ ਨਾਲ ਮਤਲਬ ਠੰਡਾ ਕਰਕੇ द्रव ਅਵਸਥਾ ਵਿੱਚ ਪਰਿਵਰਤਨ ਨੂੰ ਕੰਡੈਂਸੇਸ਼ਨ ਜਾਂ ਸੰਘਣਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕੰਡੈਂਸੇਸ਼ਨ ਸੰਘਣਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ: The process due to which a gas changes into liquid state by giving out heat is called condensation. ਉਹ ਪ੍ਰਕਿਰਿਆ ਜਿਸ ਦੇ ਵਿੱਚ ਗੈਸ ਤਰਲ ਅਵਸਥਾ ਵਿੱਚ ਬਦਲਦੀ ਹੈ ਕੰਡੈਂਸੇਸ਼ਨ ਸੰਘਣਨ ਕਿਹਾ ਜਾਂਦਾ ਹੈ। The process due to which a gas changes into liquid state by giving out heat is called condensation. ਉਹ ਪ੍ਰਕਿਰਿਆ ਜਿਸ ਦੇ ਵਿੱਚ ਗੈਸ ਤਰਲ ਅਵਸਥਾ ਵਿੱਚ ਬਦਲਦੀ ਹੈ ਕੰਡੈਂਸੇਸ਼ਨ ਸੰਘਣਨ ਕਿਹਾ ਜਾਂਦਾ ਹੈ। Similar to other processes, condensation also have condensation point. The temperature at which a gas changes into liquid by giving out heat at the atmospheric pressure is known as its condensation point. ਮਤਲਬ ਜਿਸ ਤਾਪਮਾਨ ਤੇ ਇੱਕ ਗੈਸ ਵਾਤਾਵਰਣ ਦੇ ਦਬਾਅ ਤੇ ਤਰਲ ਵਿੱਚ ਬਦਲ ਜਾਂਦੀ ਹੈ ਇਸ ਨੂੰ condensation point ਵਜੋਂ ਜਾਣਿਆ ਜਾਂਦਾ ਹੈ। Effect of change of temperature, ਤਾਪਮਾਨ ਪਰਿਵਰਤਨ ਦਾ ਪ੍ਰਭਾਵ। Last interconversion is direct conversion. Direct interconversion of solid into gaseous state ਭਾਵ ਠੋਸ ਤੋਂ ਗੈਸ ਅਵਸਥਾ ਵਿੱਚ ਸਿੱਧਾ ਪਰਿਵਰਤਨ, ਔਰ direct interconversion of gaseous into solid state ਭਾਵ ਗੈਸ ਤੋਂ ਠੋਸ ਅਵਸਥਾ ਵਿੱਚ ਸਿੱਧਾ ਪਰਿਵਰਤਨ। ਅਸੀਂ ਸਿੱਖਿਆ ਹੈ ਕਿ ਗਰਮ ਕਰਨ ਤੇ ਪਦਾਰਥ ਦੀ ਅਵਸਥਾ ਬਦਲ ਜਾਂਦੀ ਹੈ। ਗਰਮ ਹੋਣ ਤੇ ਠੋਸ ਤੋਂ द्रव ਅਤੇ द्रव ਤੋਂ ਗੈਸ ਬਣ ਜਾਂਦੇ ਹਨ, ਪਰ ਕੁਝ ਅਜਿਹੇ ਪਦਾਰਥ ਹਨ ਜੋ द्रव ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਵਿੱਚ ਅਤੇ ਵਾਪਸ ਠੋਸ ਵਿੱਚ ਬਦਲ ਜਾਂਦੇ ਹਨ। A change of state directly from solid to gas without changing into liquid state is called sublimation. ਮਤਲਬ द्रव ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਅਤੇ ਵਾਪਸ ਠੋਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਜੋਹਰ ਉਡਾਉਣ ਕਿਰਿਆ ਕਹਿੰਦੇ ਹਨ। A change of state directly from solid to gas without changing into liquid state is called sublimation. ਮਤਲਬ द्रव ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਅਤੇ ਵਾਪਸ ਠੋਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਜੋਹਰ ਉਡਾਉਣ ਕਿਰਿਆ ਕਹਿੰਦੇ ਹਨ।
ਹੁਣ ਅਸੀਂ ਫਲੋ ਚਾਰਟ ਦੀ ਮਦਦ ਨਾਲ ਇਸ ਨੂੰ ਰਿਵਾਈਜ਼ ਕਰਦੇ ਹਾਂ। ਸੋਲਿਡ, ਲਿਕੁਇਡ, ਗੈਸ। ਮੈਲਟਿੰਗ, ਸੋਲਿਡ ਟੂ ਲਿਕੁਇਡ। ਫਰੀਜ਼ਿੰਗ, ਲਿਕੁਇਡ ਟੂ ਸੋਲਿਡ। boiling, liquid to gas or vapor. Condensation, gas or vapors to solid. Sublimation, solid to gas. Sublimation, gas to solid. Now we will move to the effect of change of pressure on interconversion of states of matter. ਮਤਲਬ ਅਸੀਂ ਪਦਾਰਥਾਂ ਦੀ ਅਵਸਥਾ ਉੱਤੇ ਦਬਾਅ ਦੇ ਪ੍ਰਭਾਵ ਬਾਰੇ ਵਿਚਾਰ ਕਰਾਂਗੇ। ਇਫੈਕਟ ਆਫ ਪ੍ਰੈਸ਼ਰ ਮਤਲਬ ਦਬਾਅ ਦਾ ਪ੍ਰਭਾਵ। The difference in various state of matter is due to the difference in the distances between the constituent particles. ਅਰਥ ਅਸੀਂ ਜਾਣਦੇ ਹਾਂ ਕਿ ਘਟਕ ਕਣਾਂ ਦੇ ਵਿਚਲੀ ਦੂਰੀ ਵਿੱਚ ਅੰਤਰ ਹੋਣ ਦੇ ਕਾਰਨ ਪਦਾਰਥਾਂ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚ ਅੰਤਰ ਹੁੰਦਾ ਹੈ। ਕਿਸੇ ਸਿਲੰਡਰ ਵਿੱਚ ਭਰੀ ਗੈਸ ਤੇ ਦਬਾਅ ਲਗਾਉਣ ਅਤੇ ਨਿਪੀੜਨ ਤੇ ਕੀ ਹੋਵੇਗਾ? ਕੀ ਇਸ ਦੇ ਕਣਾਂ ਵਿੱਚ ਦੂਰੀ ਘੱਟ ਹੋ ਜਾਵੇਗੀ? ਕੀ ਤੁਹਾਨੂੰ ਲੱਗਦਾ ਹੈ ਕਿ ਦਬਾਅ ਵਧਾਉਣ ਜਾਂ ਘਟਾਉਣ ਨਾਲ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਹੋ ਸਕਦਾ ਹੈ? ਜਦੋਂ ਗੈਸ ਕੰਪਰੈਸ ਹੁੰਦੀ ਹੈ ਤਾਂ ਇਸ ਦੇ ਪਾਰਟੀਕਲਸ ਦੀ ਇੰਟਰਮੋਲੀਕੂਲਰ ਸਪੇਸ ਮਤਲਬ ਵਿਚਲੀ ਦੂਰੀ ਘਟ ਜਾਂਦੀ ਹੈ ਅਤੇ ਇਹ ਦਰਵ ਵਿੱਚ ਤਬਦੀਲ ਹੋ ਜਾਂਦੇ ਹਨ। ਠੀਕ ਹੈ, ਪ੍ਰੈਸ਼ਰ ਤੇ ਟੈਂਪਰੇਚਰ ਕਿਸੇ ਵੀ ਪਦਾਰਥ ਦੀ ਅਵਸਥਾ ਨਿਰਧਾਰਿਤ ਕਰਦੇ ਹਨ। ਹੈਵ ਯੂ ਹਰਡ ਆਫ ਸੋਲਿਡ ਕਾਰਬਨ ਡਾਈਆਕਸਾਈਡ CO2? ਮਤਲਬ ਕੀ ਤੁਸੀਂ ਠੋਸ ਕਾਰਬਨ ਡਾਈਆਕਸਾਈਡ CO2 ਬਾਰੇ ਸੁਣਿਆ ਹੈ? ਇਟ ਇਜ਼ ਸਟੋਰਡ ਅੰਡਰ ਹਾਈ ਪ੍ਰੈਸ਼ਰ। ਇਹ ਉੱਚ ਦਬਾਅ ਹੇਠ ਸਟੋਰ ਕੀਤੀ ਜਾਂਦੀ ਹੈ। It is stored under high pressure. ਇਹ ਉੱਚ ਦਬਾਅ ਤੇ ਸਟੋਰ ਕੀਤੀ ਜਾਂਦੀ ਹੈ। Solid CO2 gets converted directly to gaseous state on decrease of pressure of 1 atmosphere without coming into liquid state. This is the reason that solid carbon dioxide is also known as dry ice. ਇਸ ਦਾ ਮਤਲਬ ਕੀ ਹੈ? ਤਰਲ ਅਵਸਥਾ ਵਿੱਚ ਆਉਣ ਤੋਂ ਬਿਨਾਂ ਠੋਸ CO2 ਕਾਰਬਨ ਡਾਈਆਕਸਾਈਡ ਦਬਾਅ ਘੱਟ ਹੋਣ ਤੇ ਸਿੱਧੇ ਤੌਰ ਤੇ ਗੈਸਾਂ ਦੀ ਸਥਿਤੀ ਵਿੱਚ ਤਬਦੀਲ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਠੋਸ ਕਾਰਬਨ ਡਾਈਆਕਸਾਈਡ ਨੂੰ ਸੁੱਕੀ ਬਰਫ਼ ਵੀ ਕਿਹਾ ਜਾਂਦਾ ਹੈ। ਸੁੱਕੀ ਬਰਫ਼ ਸੋਲਿਡ ਕਾਰਬਨ ਡਾਈਆਕਸਾਈਡ ਬਹੁਤ ਠੰਡੀ ਹੁੰਦੀ ਹੈ ਅਤੇ ਇਸ ਨੂੰ ਆਈਸ ਕ੍ਰੀਮ ਨੂੰ ਠੰਡਾ ਰੱਖਣ ਲਈ ਵਰਤਿਆ ਜਾਂਦਾ ਹੈ। Unit of pressure, atmosphere is a unit of measuring pressure exerted by a gas. The unit of pressure is Pascal. 1 atm equals to 1.01 into 10 raised to power 8 PA. ਇਹ ਸਾਰਾ ਕੁਝ ਸਮਝਣ ਤੋਂ ਬਾਅਦ ਹੁਣ ਅਸੀਂ ਕਹਿ ਸਕਦੇ ਹਾਂ ਕਿ ਦਬਾਅ ਅਤੇ ਤਾਪਮਾਨ ਕਿਸੇ ਪਦਾਰਥ ਦੀ ਸਥਿਤੀ ਨਿਰਧਾਰਿਤ ਕਰਦੇ ਹਨ, ਭਾਵੇਂ ਇਹ ਠੋਸ, ਤਰਲ ਜਾਂ ਗੈਸ ਹੋਵੇ। After completing the effect of change of temperature and effect of change of pressure on interconversion of states of matter, now let's move on the last topic of this chapter, evaporation, ਬਾਸ਼ਪੀਕਰਨ। ਪਦਾਰਥ ਦੀ ਅਵਸਥਾ ਬਦਲਣ ਲਈ ਕੀ ਹਮੇਸ਼ਾ ਤਾਪ ਦੇਣਾ ਜਾਂ ਦਬਾਅ ਬਦਲਣਾ ਜ਼ਰੂਰੀ ਹੈ? ਕੀ ਤੁਸੀਂ ਰੋਜ਼ਾਨਾ ਜੀਵਨ ਵਿੱਚ ਕੋਈ ਅਜਿਹੀ ਉਦਾਹਰਨ ਦੇ ਸਕਦੇ ਹੋ ਜਿਸ ਵਿੱਚ ਬਿਨਾਂ ਉਬਾਲ ਦਰਜੇ ਤੇ ਪਹੁੰਚੇ ਹੋਏ ਕੋਈ ਦਰਵ ਬਾਸ਼ਪ ਅਵਸਥਾ ਵਿੱਚ ਬਦਲ ਜਾਂਦਾ ਹੈ? ਪਾਣੀ ਨੂੰ ਖੁੱਲਾ ਛੱਡਣ ਤੇ ਇਹ ਹੌਲੀ-ਹੌਲੀ ਬਾਸ਼ਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਗਿੱਲੇ ਕੱਪੜੇ ਸੁੱਕ ਜਾਂਦੇ ਹਨ। ਇਹਨਾਂ ਦੋਵੇਂ ਉਦਾਹਰਨਾਂ ਵਿੱਚ ਪਾਣੀ ਨੂੰ ਕੀ ਹੋਇਆ ਹੈ? ਇਹਨਾਂ ਦੋਨਾਂ ਉਦਾਹਰਨਾਂ ਵਿੱਚ ਪਾਣੀ ਬਾਸ਼ਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ। As we know that particles of matter are always moving and are never at rest at a given temperature in any gas, liquid or solid. There are particles with different amounts of kinetic energy. ਅਸੀਂ ਜਾਣਦੇ ਹਾਂ ਕਿ ਪਦਾਰਥ ਦੇ ਕਣ ਹਮੇਸ਼ਾ ਗਤੀਸ਼ੀਲ ਹੁੰਦੇ ਹਨ ਅਤੇ ਕਦੇ ਰੁਕਦੇ ਨਹੀਂ। ਇੱਕ ਨਿਸ਼ਚਿਤ ਤਾਪਮਾਨ ਤੇ ਗੈਸ, ਦਰਵ ਜਾਂ ਠੋਸ ਤੇ ਕਣ ਵਿੱਚ ਵੱਖ-ਵੱਖ ਮਾਤਰਾ ਵਿੱਚ ਗਤੀਜ ਊਰਜਾ ਹੁੰਦੀ ਹੈ। ਦਰਵ ਦੀ ਸਤ੍ਹਾ ਤੇ ਮੌਜੂਦ ਕਣਾਂ ਦੇ ਕੁਝ ਅੰਸ਼ਾਂ ਵਿੱਚ ਗਤੀਜ ਊਰਜਾ ਹੁੰਦੀ ਹੈ ਕਿ ਉਹ ਦੂਜੇ ਕਣਾਂ ਦੇ ਆਕਰਸ਼ਣ ਬਲ ਤੋਂ ਮੁਕਤ ਹੋ ਜਾਂਦੇ ਹਨ। ਇਹ ਸਭ ਕੁਝ ਜਾਣਨ ਤੋਂ ਬਾਅਦ ਹੁਣ ਅਸੀਂ ਬਾਸ਼ਪੀਕਰਨ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। The phenomenon of change of a liquid into vapors at any temperature below its boiling point is called evaporation. ਅਰਥ ਉਬਾਲ ਦਰਜੇ ਤੋਂ ਘੱਟ ਤਾਪਮਾਨ ਤੇ ਦਰਵਾਂ ਦੇ ਬਾਸ਼ਪਾਂ ਵਿੱਚ ਪਰਿਵਰਤਿਤ ਹੋਣ ਦੀ ਕਿਰਿਆ ਨੂੰ ਬਾਸ਼ਪੀਕਰਨ ਕਿਹਾ ਜਾਂਦਾ ਹੈ। The atmospheric pressure at sea level is 1 atm. ਹੁਣ ਅਸੀਂ ਗੱਲ ਕਰਦੇ ਹਾਂ ਬਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ factors affecting evaporation. ਟੈਂਪਰੇਚਰ, ਤਾਪਮਾਨ, ਸਰਫੇਸ ਏਰੀਆ, ਸਤ੍ਹਾ ਦਾ ਖੇਤਰਫਲ, ਵਿੰਡ ਸਪੀਡ, ਹਵਾ ਦੀ ਗਤੀ, ਹਿਊਮਿਡਿਟੀ, ਹਵਾ ਦੀ ਨਮੀ। First factor that affect the evaporation is
temperature तापमान। With the increase of temperature, the rate of evaporation increases। मतलब ਤਾਪਮਾਨ ਵਧਣ ਨਾਲ ਬਾਸ਼ਪੀਕਰਨ ਦੀ ਦਰ ਵਿੱਚ ਵੀ ਵਾਧਾ ਹੁੰਦਾ ਹੈ। Rate of evaporation is directly proportional to temperature। ਅਰਥ ਬਾਸ਼ਪੀਕਰਨ ਦੀ ਦਰ ਤਾਪਮਾਨ ਦੇ ਸਿੱਧਾ ਅਨੁਪਾਤੀ ਹੁੰਦੀ ਹੈ। ਤਾਪਮਾਨ ਵਧਣ ਤੇ ਵਧੇਰੇ ਕਣਾਂ ਨੂੰ ਗਤੀਜ ਊਰਜਾ ਮਿਲਦੀ ਹੈ, ਜਿਸ ਨਾਲ ਉਹ ਬਾਸ਼ਪੀਕ੍ਰਿਤ ਹੋ ਜਾਂਦੇ ਹਨ। Second factor that affect the evaporation is surface area। ਸਤ੍ਹਾ ਦਾ ਖੇਤਰਫਲ। We know that evaporation is a surface phenomenon। ਅਸੀਂ ਜਾਣਦੇ ਹਾਂ ਕਿ ਬਾਸ਼ਪੀਕਰਨ ਸਤ੍ਹਾ ਤੇ ਹੋਣ ਵਾਲੀ ਪ੍ਰਕਿਰਿਆ ਹੈ। With the increase of surface area, the rate of evaporation increases। ਮਤਲਬ ਸਤ੍ਹਾ ਦਾ ਖੇਤਰਫਲ ਵਧਣ ਨਾਲ ਬਾਸ਼ਪੀਕਰਨ ਦੀ ਦਰ ਵਿੱਚ ਵੀ ਵਾਧਾ ਹੁੰਦਾ ਹੈ। Rate of evaporation is directly proportional to the surface area। ਅਰਥ ਬਾਸ਼ਪੀਕਰਨ ਦੀ ਦਰ ਸਤ੍ਹਾ ਦੇ ਖੇਤਰਫਲ ਦੇ ਸਿੱਧਾ ਅਨੁਪਾਤੀ ਹੁੰਦੀ ਹੈ। ਜਿਵੇਂ ਕੱਪੜੇ ਸੁਕਾਉਣ ਲਈ ਅਸੀਂ ਉਹਨਾਂ ਨੂੰ ਖਿਲਾਰ ਦਿੰਦੇ ਹਾਂ। ਜਦੋਂ ਕੱਪੜਿਆਂ ਨੂੰ ਅਸੀਂ ਖਿਲਾਰਦੇ ਹਾਂ ਤਾਂ ਉਹਨਾਂ ਦਾ ਸਰਫੇਸ ਏਰੀਆ, ਉਹਨਾਂ ਦੀ ਸਤ੍ਹਾ ਦਾ ਖੇਤਰਫਲ ਵੱਧ ਜਾਂਦਾ ਹੈ। ਜ਼ਿਆਦਾ ਸਰਫੇਸ ਏਰੀਆ ਹੋਣ ਦੇ ਕਰਕੇ, ਜ਼ਿਆਦਾ ਸਤ੍ਹਾ ਦਾ ਖੇਤਰਫਲ ਹੋਣ ਦੇ ਕਰਕੇ ਉਹ ਜਲਦੀ ਸੁੱਕ ਜਾਂਦੇ ਹਨ, ਕਿਉਂਕਿ ਜ਼ਿਆਦਾ ਮਾਤਰਾ ਵਿੱਚ ਬਾਸ਼ਪੀਕਰਨ ਹੋ ਜਾਂਦਾ ਹੈ। Third factor that affect the evaporation is wind speed। ਹਵਾ ਦੀ ਗਤੀ। With the increase of wind speed, the rate of evaporation increases। ਮਤਲਬ ਹਵਾ ਦੀ ਗਤੀ ਵਧਣ ਨਾਲ ਬਾਸ਼ਪੀਕਰਨ ਦੀ ਦਰ ਵਿੱਚ ਵੀ ਵਾਧਾ ਹੁੰਦਾ ਹੈ। Rate of evaporation is directly proportional to wind speed। ਅਰਥ ਬਾਸ਼ਪੀਕਰਨ ਦੀ ਦਰ ਹਵਾ ਦੀ ਗਤੀ ਦੇ ਸਿੱਧਾ ਅਨੁਪਾਤੀ ਹੁੰਦੀ ਹੈ। ਅਸੀਂ ਜਾਣਦੇ ਹਾਂ ਕਿ ਤੇਜ਼ ਹਵਾ ਨਾਲ ਕੱਪੜੇ ਜਲਦੀ ਸੁੱਕ ਜਾਂਦੇ ਹਨ। ਹਵਾ ਦੇ ਤੇਜ਼ ਹੋਣ ਨਾਲ ਜਲ ਬਾਸ਼ਪ ਦੇ ਕਣ ਹਵਾ ਵਿੱਚ ਉੱਡ ਜਾਂਦੇ ਹਨ ਅਤੇ ਜਿਸ ਨਾਲ ਆਲੇ ਦੁਆਲੇ ਦੇ ਜਲ ਬਾਸ਼ਪਾਂ ਦੀ ਮਾਤਰਾ ਘਟ ਜਾਂਦੀ ਹੈ। Last factor affect the evaporation is humidity। ਹਵਾ ਦੀ ਨਮੀ। With the increase of humidity, the rate of evaporation increases। ਮਤਲਬ ਹਵਾ ਦੀ ਨਮੀ ਘਟਣ ਨਾਲ ਬਾਸ਼ਪੀਕਰਨ ਦੀ ਦਰ ਵਿੱਚ ਵੀ ਵਾਧਾ ਹੁੰਦਾ ਹੈ। ਹੁਣ ਇਸ ਨੂੰ ਧਿਆਨ ਦੇ ਨਾਲ ਦੇਖੋ। ਜਦੋਂ ਹਵਾ ਦੀ ਨਮੀ ਘਟੇ ਤਾਂ ਬਾਸ਼ਪੀਕਰਨ ਦੀ ਦਰ ਵਿੱਚ ਵਾਧਾ ਹੋਵੇ। ਪਿਛਲੇ ਤਿੰਨਾਂ ਪੁਆਇੰਟਸ ਦੇ ਵਿੱਚ ਜਦੋਂ ਕੋਈ ਚੀਜ਼ ਇਨਕਰੀਜ਼ ਹੁੰਦੀ ਸੀ ਤਾਂ ਇਵੈਪੋਰੇਸ਼ਨ ਇਨਕਰੀਜ਼ ਹੁੰਦੀ ਸੀ। ਇਸ ਦੇ ਵਿੱਚ ਕੀ ਹੈ ਕਿ ਜਦੋਂ ਇਸ ਦੇ ਵਿੱਚ ਹਿਊਮਿਡਿਟੀ, ਹਵਾ ਦੀ ਨਮੀ ਡਿਕਰੀਜ਼ ਹੋਊਗੀ, ਘੱਟ ਹੋਊਗੀ, ਤਾਂ ਇਵੈਪੋਰੇਸ਼ਨ ਕੀ ਹੋਵੇਗੀ? ਇਨਕਰੀਜ਼ ਹੋਵੇਗੀ। Rate of evaporation is inversely proportional to humidity। ਅਰਥ ਬਾਸ਼ਪੀਕਰਨ ਦੀ ਦਰ ਹਵਾ ਦੀ ਨਮੀ ਦੇ ਉਲਟ ਅਨੁਪਾਤੀ ਹੁੰਦੀ ਹੈ। ਹਵਾ ਵਿੱਚ ਮੌਜੂਦ ਜਲ ਬਾਸ਼ਪਾਂ ਦੀ ਮਾਤਰਾ ਨੂੰ ਨਮੀ ਕਹਿੰਦੇ ਹਨ। ਕਿਸੇ ਨਿਸ਼ਚਿਤ ਤਾਪਮਾਨ ਤੇ ਸਾਡੇ ਆਲੇ ਦੁਆਲੇ ਦੀ ਹਵਾ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਹੀ ਜਲ ਬਾਸ਼ਪ ਮੌਜੂਦ ਹੁੰਦੇ ਹਨ। ਜਦੋਂ ਹਵਾ ਵਿੱਚ ਪਾਣੀ ਦੇ ਕਣਾਂ ਦੀ ਮਾਤਰਾ ਪਹਿਲਾਂ ਤੋਂ ਜ਼ਿਆਦਾ ਹੋਵੇਗੀ ਤਾਂ ਬਾਸ਼ਪੀਕਰਨ ਦੀ ਦਰ ਘਟ ਜਾਵੇਗੀ। Sometimes nature of substance also affect the evaporation। ਮਤਲਬ ਪਦਾਰਥ ਦਾ ਸੁਭਾਅ ਵੀ ਬਾਸ਼ਪੀਕਰਨ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਪਦਾਰਥਾਂ ਦਾ ਉਬਾਲ ਦਰਜਾ ਉੱਚ ਹੁੰਦਾ ਹੈ ਉਹਨਾਂ ਦਾ ਬਾਸ਼ਪੀਕਰਨ ਹੌਲੀ ਹੁੰਦਾ ਹੈ ਅਤੇ ਜਿਨ੍ਹਾਂ ਪਦਾਰਥਾਂ ਦਾ ਉਬਾਲ ਦਰਜਾ ਘੱਟ ਹੁੰਦਾ ਹੈ ਉਹਨਾਂ ਦਾ ਬਾਸ਼ਪੀਕਰਨ ਜਲਦੀ ਹੁੰਦਾ ਹੈ। Now move to the next subtopic of evaporation, cooling causes by evaporation। ਜਦੋਂ ਤੁਸੀਂ ਐਸੀਟੋਨ ਜਾਂ ਨੋਹਾਂ ਤੋਂ ਪਾਲਿਸ਼ ਹਟਾਉਣ ਵਾਲੇ ਦਰਵ ਨੂੰ ਆਪਣੀ ਹਥੇਲੀ ਤੇ ਪਾਉਂਦੇ ਹੋ ਤਾਂ ਕੀ ਹੁੰਦਾ ਹੈ? ਇਸ ਦੇ ਕਣ ਤੁਹਾਡੀ ਹਥੇਲੀ ਜਾਂ ਉਸ ਦੇ ਆਲੇ ਦੁਆਲੇ ਤੋਂ ਊਰਜਾ ਪ੍ਰਾਪਤ ਕਰ ਲੈਂਦੇ ਹਨ ਅਤੇ ਬਾਸ਼ਪੀਕ੍ਰਿਤ ਹੋ ਜਾਂਦੇ ਹਨ, ਜਿਸ ਨਾਲ ਹਥੇਲੀ ਤੇ ਠੰਡਕ ਮਹਿਸੂਸ ਹੁੰਦੀ ਹੈ। Simply we can say that the cooling caused by evaporation is based on the fact that when a liquid evaporates, it draws the latent heat of vaporization from anything which it touches। ਵਾਸ਼ਪੀਕਰਨ ਨਾਲ ਹੋਣ ਵਾਲੀ ਠੰਡਕ ਇਸ ਹਕੀਕਤ ਤੇ ਆਧਾਰਿਤ ਹੁੰਦੀ ਹੈ ਕਿ ਜਦੋਂ ਕੋਈ ਤਰਲ ਬਾਸ਼ਪ ਬਣ ਜਾਂਦਾ ਹੈ ਤਾਂ ਇਹ ਬਾਸ਼ਪ ਆਲੇ ਦੁਆਲੇ ਦੀ ਹਰ ਵਸਤੂ ਤੋਂ ਗਰਮੀ ਸੋਖ ਲੈਂਦਾ ਹੈ, ਖਿੱਚ ਲੈਂਦਾ ਹੈ, ਜਿਸ ਵੀ ਵਸਤੂ ਨੂੰ ਉਹ ਛੂੰਹਦਾ ਹੈ। ਉਦਾਹਰਨ ਲਈ ਜੇਕਰ ਅਸੀਂ ਈਥਰ ਜਾਂ ਪੈਟਰੋਲ ਨੂੰ ਆਪਣੇ ਹੱਥ ਤੇ ਰੱਖੀਏ ਤਾਂ ਸਾਨੂੰ ਬਹੁਤ ਠੰਡਕ ਮਹਿਸੂਸ ਹੁੰਦੀ ਹੈ ਅਤੇ ਪਸੀਨਾ ਆਉਣਾ ਸਾਡੇ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਣ ਦਾ ਇੱਕ ਤਰੀਕਾ ਹੈ। ਚਲੋ ਹੁਣ ਕੁਝ ਮਹੱਤਵਪੂਰਨ ਪ੍ਰਸ਼ਨਾਂ ਬਾਰੇ ਗੱਲ ਕਰੀਏ ਜੋ ਕੂਲਿੰਗ caused by evaporation ਇਸ ਟੌਪਿਕ ਤੇ ਆਧਾਰਿਤ ਹਨ। ਫਰਸਟ ਕੁਐਸਚਨ, why should we wear cotton clothes in summer? ਗਰਮੀਆਂ ਵਿੱਚ ਅਸੀਂ ਸੂਤੀ ਕੱਪੜੇ ਕਿਉਂ ਪਾਉਂਦੇ ਹਾਂ? During summer, we perspire more because of the mechanism of our body which keeps us cool. We know that during evaporation, the particles at the surface of the liquid gain energy from the surrounding or body surface and change into vapor। ਇਸ ਦਾ ਮਤਲਬ ਸਰੀਰਕ ਕਿਰਿਆ ਕਾਰਨ ਗਰਮੀਆਂ ਵਿੱਚ ਸਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਨਾਲ ਸਾਨੂੰ ਠੰਡਕ ਮਿਲਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਬਾਸ਼ਪੀਕਰਨ ਦੇ ਦੌਰਾਨ ਦਰਵ ਦੀ ਸਤ੍ਹਾ ਤੇ ਕਣ ਸਾਡੇ ਸਰੀਰ ਜਾਂ ਆਲੇ ਦੁਆਲੇ ਤੋਂ ਊਰਜਾ ਪ੍ਰਾਪਤ ਕਰਕੇ ਬਾਸ਼ਪ ਵਿੱਚ ਬਦਲ ਜਾਂਦੇ ਹਨ। The heat energy equals to the latent heat of vaporization is absorbed
from the body, leaving the body cool. ਅਰਥ ਬਾਸ਼ਪੀਕਰਨ ਦੇ ਗੁਪਤ ਤਾਪ ਦੇ ਬਰਾਬਰ ਤਾਪ ਊਰਜਾ ਸਾਡੇ ਸਰੀਰ ਤੋਂ ਸੋਖਿਤ ਹੋ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਠੰਡਾ ਹੋ ਜਾਂਦਾ ਹੈ। Cotton, being a good absorber of water, help in absorbing the sweat and exposing it to the atmosphere for easy evaporation. ਕਿਉਂਕਿ ਸੂਤੀ ਕੱਪੜਿਆਂ ਵਿੱਚ ਪਾਣੀ ਦਾ ਸੋਖਣ ਵਧੇਰੇ ਹੁੰਦਾ ਹੈ, ਇਸ ਲਈ ਸਾਡਾ ਪਸੀਨਾ ਇਸ ਵਿੱਚ ਸੋਖਿਤ ਹੋ ਕੇ ਵਾਯੂਮੰਡਲ ਵਿੱਚ ਆਸਾਨੀ ਨਾਲ ਬਾਸ਼ਪੀਕ੍ਰਿਤ ਹੋ ਜਾਂਦਾ ਹੈ। Second question, why do we see water droplets on the outer surface of a glass containing ice cold water? ਮਤਲਬ ਬਰਫ਼ ਵਾਲੇ ਪਾਣੀ ਨਾਲ ਭਰੇ ਗਿਲਾਸ ਦੇ ਬਾਹਰੀ ਸਤਹ ਤੇ ਪਾਣੀ ਦੀਆਂ ਬੂੰਦਾਂ ਕਿਉਂ ਨਜ਼ਰ ਆਉਂਦੀਆਂ ਹਨ? Let us take some ice cold water in a tumbler. Soon we will see water droplet on the outer surface of the tumbler. ਮਤਲਬ ਕਿਸੇ ਬਰਤਨ ਵਿੱਚ ਅਸੀਂ ਬਰਫ਼ ਵਾਲਾ ਪਾਣੀ ਰੱਖਦੇ ਹਾਂ, ਜਲਦੀ ਹੀ ਬਰਤਨ ਦੀ ਬਾਹਰੀ ਸਤਹ ਉੱਤੇ ਸਾਨੂੰ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗ ਪੈਂਦੀਆਂ ਹਨ। The water vapor present in air on coming in contact with the cold glass of water loses energy and gets converted to liquid state, which we see as water droplets. ਇਸ ਦਾ ਅਰਥ ਹਵਾ ਵਿੱਚ ਮੌਜੂਦ ਜਲ ਬਾਸ਼ਪ ਦੀ ਊਰਜਾ ਠੰਡੇ ਪਾਣੀ ਦੇ ਸੰਪਰਕ ਵਿੱਚ ਆ ਕੇ ਘੱਟ ਹੋ ਜਾਂਦੀ ਹੈ ਅਤੇ ਦ੍ਰਵ ਅਵਸਥਾ ਵਿੱਚ ਬਦਲ ਜਾਂਦਾ ਹੈ, ਜਿਹੜਾ ਸਾਨੂੰ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। And this concludes the chapter. I hope you will understand all topics in this lecture. Don't forget to hit the like button and share this video. Subscribe to the channel, keep hard work and make parents' name shine.